ਪਿਆਰੇ ਦਰਸ਼ਕੋ, ਤੁਹਾਡਾ ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸਤਰੀ ਹੱਕਾਂ ਦੀ ਆਗੂ ਜਿਹੜੇ ਪ੍ਰੋਫੈਸਰ ਕਮਲਜੀਤ ਕੌਰ ਢਿੱਲੋਂ ਸਾਡੇ ਨਾਲ ਨੇ। ਉਹਨਾਂ ਨੇ ਪਿਛਲੇ ਸਮੇਂ 'ਚ ਇਸ ਖੇਤਰ ਦੇ ਵਿੱਚ ਕਾਫੀ ਕੰਮਕਾਜ ਕੀਤਾ। ਔਰਤਾਂ ਦੇ ਜਿਹੜੇ ਮੁੱਦੇ ਉਹਨਾਂ ਨੂੰ ਉਭਾਰਨ ਦੇ ਵਿੱਚ ਤੇ ਔਰਤਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਕਾਫੀ ਯੋਗਦਾਨ ਪਾ ਰਹੇ ਨੇ। ਤੇ ਉਹਨਾਂ ਨਾਲ ਗੱਲ ਕਰਦੇ ਕਿ ਇੱਕ ਮਸਲਾ ਬੜੀ ਦੇਰ ਤੋਂ ਅਟਕਿਆ ਹੋਇਆ। ਇਸ ਵਾਰੀ ਉਹਦੀ ਅਟਕਣ ਦੀ ਜਿਹੜੀ 25 ਸਾਲ ਹੋ ਗਏ ਤੇ ਸਿਲਵਰ ਜੁਬਲੀ ਮਨਾਈ ਗਈ ਹੈ, ਔਰਤਾਂ ਨੂੰ ਰਾਖਵਾਂਕਰਨ ਦੇਣ ਦਾ ਮੁੱਦਾ। ਉਸਦੇ ਨਾਲ ਹੀ ਪਿਛਲੇ ਦਿਨੀ ਜਿਹੜੇ ਭਾਰਤ ਦੇ ਚੀਫ ਜਸਟਿਸ ਨੇ, ਜਸਟਿਸ ਰਮन्ना, ਉਹਨਾਂ ਨੇ ਵੀ ਕਿਹਾ ਕਿ ਔਰਤਾਂ ਨੂੰ ਜਿਹੜਾ ਰਾਖਵਾਂਕਰਨ ਮਿਲਣਾ ਚਾਹੀਦਾ। ਜੇ ਸਾਡੇ ਸਮਾਜ ਦੇ ਵਿੱਚ ਔਰਤਾਂ ਦੀ ਆਬਾਦੀ ਜਿਹੜੀ ਆ 50% ਦੀ ਆ, ਤਾਂ 50% ਦੀ ਰਾਖਵਾਂਕਰਨ ਹੋਣਾ ਚਾਹੀਦਾ। ਉਹਨਾਂ ਫਿਰ ਅਦਾਲਤਾਂ ਦੇ ਵਿੱਚ ਕਿਹਾ ਵੀ ਉਹਨਾਂ ਦੇਸ਼ ਭਰ ਦਾ ਜਿਹੜਾ ਇੱਕ ਨਕਸ਼ਾ ਪੇਸ਼ ਕੀਤਾ ਕਿ ਦੇਸ਼ ਭਰ ਦੇ ਵਿੱਚ ਵਕੀਲ ਔਰਤਾਂ ਕਿੰਨੀਆਂ ਨੇ, ਸਰਕਾਰੀ ਵਕੀਲ ਕਿੰਨੀਆਂ ਨੇ, ਉਸ ਤੋਂ ਇਲਾਵਾ ਜੱਜ ਕਿੰਨੀਆਂ ਨੇ, ਸੂਬਿਆਂ ਦੇ ਵਿੱਚ ਜੱਜਾਂ ਦੀ ਗਿਣਤੀ ਕਿੰਨੀ ਹੈ ਔਰਤ ਜੱਜਾਂ ਦੀ, ਤੇ ਸੁਪਰੀਮ ਕੋਰਟ ਦੇ ਵਿੱਚ ਕਿੰਨੀ ਹੈ। ਪਿਛਲੇ ਸਮੇਂ ਦੇ ਵਿੱਚ ਕੁਝ 4 ਜਿਹੜੀਆਂ ਔਰਤ ਆਈਆਂ ਨੇ, ਔਰਤ ਜੱਜ ਆਈਆਂ ਨੇ, ਉਹਦੇ ਨਾਲ ਕੁਝ ਬੈਲੈਂਸ ਹੋਣ ਵਾਲ ਨੂੰ ਗੱਲ ਤੁਰੀ ਹੈ, ਕੁਝ ਅੱਗੇ ਗੱਲ ਵਧੀ ਹੈ। ਤੇ ਇਸ ਦੇ ਨਾਲ ਹੀ ਜਿਹੜੀ ਦੇਸ਼ ਦੇ ਵਿੱਚ NDA ਨੈਸ਼ਨਲ ਡਿਫੈਂਸ ਅਕੈਡਮੀ ਰਾਹੀਂ ਜਿਹੜੀ ਹੈ ਔਰਤਾਂ ਦੀ ਹੁਣ ਅਗਲੇ ਸਮੇਂ ਦੀ ਭਰਤੀ ਫੌਜ ਦੇ ਵਿੱਚ ਉੱਚੇ ਅਹੁਦਿਆਂ ਲਈ ਵੀ ਹੋਣ ਲੱਗ ਜਾਏਗੀ। ਇਹ ਇੱਕ ਚੰਗੇ ਕਦਮ ਨੇ ਜਿਹੜੇ ਦੇਸ਼ ਦੇ ਵਿੱਚ ਪਿਛਲੇ ਸਮੇਂ 'ਚ ਚੁੱਕੇ ਗਏ। ਪਰ ਜਿਹੜਾ ਔਰਤਾਂ ਨੂੰ ਜਿਹੜਾ ਦੇਸ਼ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਤੇ ਪਾਰਲੀਮੈਂਟ ਦੇ ਵਿੱਚ 33% ਰਾਖਵਾਂਕਰਨ ਦੇਣ ਦਾ ਮਾਮਲਾ ਪਿਛਲੇ ਲੰਮੇ ਸਮੇਂ ਤੋਂ ਅਟਕਦਾ ਆ ਰਿਹਾ। ਤੇ ਅਸੀਂ ਜਾਣਦੇ ਕਿ ਪ੍ਰੋਫੈਸਰ ਢਿੱਲੋਂ ਹੋਣਾ ਦਾ ਇਹਦੇ ਬਾਰੇ ਕੀ ਕਹਿਣਾ, ਉਹ ਕਿਵੇਂ ਚਾਹੁੰਦੇ ਕਿ ਇਹ ਮਾਮਲਾ ਕਿਵੇਂ ਹੱਲ ਹੋਣਾ ਚਾਹੀਦਾ। ਜਿਹੜੀਆਂ ਦੇਸ਼ ਦੀਆਂ ਜਿਹੜੀਆਂ ਔਰਤਾਂ ਦੀਆਂ ਜਥੇਬੰਦੀਆਂ ਨੇ, ਕਈ ਜਥੇਬੰਦੀਆਂ ਨੇ, ਉਹ ਇਸ ਮਾਮਲੇ 'ਤੇ ਕੀ ਕਰ ਰਹੀਆਂ ਨੇ, ਢਿੱਲੋਂ ਹੋਣਾ ਤੋਂ ਅਸੀਂ ਜਾਣਦੇ ਹਾਂ ਕਿ ਢਿੱਲੋਂ ਜੀ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣੂ ਕਰਾਓ ਕਿ ਕੀ ਔਰਤਾਂ ਦੇ ਬਾਰੇ ਸੋਚਦੀਆਂ ਨੇ, ਕੀ ਕਰਨਾ ਚਾਹੁੰਦੀਆਂ ਨੇ। ਸ਼ੁਕਰੀਆ ਜੰਮੂ ਜੀ ਆਪਣੇ ਦਰਸ਼ਕਾਂ ਦੇ ਰੂਬਰੂ ਕਰਨ ਲਈ। 12 ਸਤੰਬਰ 1996 ਨੂੰ ਪਹਿਲੀ ਵਾਰੀ ਰਾਜ ਸਭਾ ਦੇ ਵਿੱਚ, ਉਸ ਵੇਲੇ ਯੂਪੀ ਦੀ ਗਵਰਨਮੈਂਟ ਸੀ, ਤੇ ਇਹ ਬਿੱਲ ਜਿਹੜਾ ਹੈ ਪੇਸ਼ ਹੋਇਆ ਸੀ ਤੇ ਰਾਜ ਸਭਾ ਦੇ ਵਿੱਚੋਂ ਪਾਸ ਹੋ ਗਿਆ ਸੀ ਤੇ ਫਿਰ ਲੋਕ ਸਭਾ ਦੇ ਵਿੱਚ ਤੇ ਸਿਲੈਕਟ ਕਮੇਟੀ ਦੇ ਕੋਲੇ ਪਿਆ ਰਿਹਾ। ਬਹੁਤ ਸਾਰੀਆਂ ਜਦੋਂ BJP ਜਾਂ ਹੋਰ ਜਿਹੜੀਆਂ ਵਿਰੋਧੀ ਪਾਰਟੀਆਂ ਸੀ, ਜਦੋਂ ਕਾਂਗਰਸ ਸੱਤਾ ਦੇ ਵਿੱਚ ਸੀ, ਤੇ ਉਹਨਾਂ ਨੇ ਕਿਹਾ ਸੀ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆਵਾਂਗੇ ਤੇ ਅਸੀਂ 33% ਰਾਖਵਾਂਕਰਨ ਵਿਧਾਨ ਸਭਾਵਾਂ ਦੇ ਵਿੱਚ ਤੇ ਸਾਡੀ ਲੋਕ ਸਭਾ ਦੇ ਵਿੱਚ ਅਸੀਂ ਕਰਾਂਗੇ। ਬਾਰ-ਬਾਰ ਜਿਹੜੀਆਂ ਪ੍ਰਮੁੱਖ ਜਥੇਬੰਦੀਆਂ ਨੇ ਉਹ ਇਹਦੇ ਲਈ ਆਵਾਜ਼ ਬੁਲੰਦ ਕਰਦੀਆਂ ਰਹੀਆਂ। ਇਹ ਥੋੜ੍ਹੀ ਜਿਹੀ ਤਸੱਲੀ ਵਾਲੀ ਗੱਲ ਹੈ ਕਿ ਸਾਡੇ ਦੇਸ਼ ਦੀਆਂ ਲਗਭਗ 20 ਜਿਹੜੀਆਂ ਸਟੇਟਸ ਨੇ, ਉਹਨਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਤੇ ਸਾਡੀਆਂ ਮਿਊਨਿਸਪਲ ਕਾਰਪੋਰੇਸ਼ਨਾਂ ਦੇ ਵਿੱਚ 50% ਰਾਖਵਾਂਕਰਨ ਹੋ ਚੁੱਕਿਆ। ਤੇ ਇਸ ਦੇ ਲਈ ਹੁਣੇ ਹੀ ਪਿਛਲੇ ਮਹੀਨੇ ਜਿਹੜੀ 12 ਸਤੰਬਰ ਨੂੰ ਪੂਰੇ 25 ਸਾਲ ਹੋ ਗਏ ਨੇ ਇਸ ਬਿੱਲ ਨੂੰ ਲੋਕ ਸਭਾ ਦੇ ਵਿੱਚ ਪਏ ਹੋਏ। ਮੇਰਾ ਖਿਆਲ ਨਹੀਂ ਕਿ ਇੰਨਾ ਲੰਬਾ ਸਮਾਂ ਕੋਈ ਜਿਹੜਾ ਬਿੱਲ ਹੈ ਉਹ ਪਾਸ ਹੋਣੋਂ ਰਿਹਾ ਹੋਵੇ, ਜਦੋਂ ਕਿ ਪਿਛਲੇ ਸਮੇਂ ਦੇ ਵਿੱਚ 1-1 ਮਿੰਟ ਦੇ ਵਿੱਚ ਬਹੁਤ ਸਾਰੇ ਬਿੱਲ ਲੋਕ ਸਭਾ ਦੇ ਵਿੱਚੋਂ ਪਾਸ ਹੋਏ। ਜਿਹੜੀ ਬਹੁਤ ਹੀ ਵੱਡੀ ਗੱਲ ਸਾਡੇ ਚੀਫ ਜਸਟਿਸ ਨੇ ਕਹੀ ਹੈ, ਮੈਂ ਇੱਥੇ ਥੋੜ੍ਹਾ ਜਿਹਾ ਦਰਜ ਕਰਨਾ ਚਾਹੁੰਦੀ ਹਾਂ ਕਿ ਕਿਸੇ ਵੀ ਦੇਸ਼ ਦੇ ਵਿੱਚ ਇਨਸਾਫ ਦੇ ਲਈ ਜਾਂ ਬਰਾਬਰ ਦੇ ਅਧਿਕਾਰਾਂ ਦੇ ਲਈ 3-4 ਸੰਸਥਾਵਾਂ ਬਹੁਤ ਅਹਿਮ ਰੋਲ ਅਦਾ ਕਰਦੀਆਂ ਨੇ। ਸਾਡੀ ਜੁਡੀਸ਼ਰੀ ਅਜੇ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਅੱਗੇ ਜਿਹੜਾ ਹੈ ਇੱਕ ਜਿਹੜਾ ਸੰਵਿਧਾਨ ਨੇ ਹੱਕ ਦਿੱਤੇ ਨੇ ਉਹਦੇ 'ਤੇ ਪਹਿਰਾ ਦੇ ਰਹੀ ਹੈ। ਇਹਦੇ ਵਿੱਚ ਸਾਡੀ ਜਿਹੜੀ ਕਾਰਜਪਾਲਿਕਾ ਹੁੰਦੀ ਹੈ, ਜਾਂ ਸਾਡੀ ਜਿਹੜੀ ਜੁਡੀਸ਼ਰੀ ਹੈ, ਤੀਸਰਾ ਸਾਡਾ ਪ੍ਰੈਸ ਹੁੰਦਾ ਹੈ, ਤੇ ਚੌਥੀ ਸਾਡੀ ਜਿਹੜੀਆਂ ਇੰਪਲੀਮੈਂਟਿੰਗ ਏਜੰਸੀਜ਼ ਹੁੰਦੀਆਂ ਜਿਵੇਂ ਪੁਲਿਸ ਫੋਰਸ ਜਿਹੜਾ ਹੈ, ਤੰਤਰ ਹੈ, ਉਹਨੇ ਸਾਡੇ ਸੰਵਿਧਾਨ ਦੇ ਕਾਨੂੰਨਾਂ ਨੂੰ ਜਿਹੜਾ ਇੱਕ ਨਾਗਰਿਕ ਤੱਕ ਲੈ ਕੇ ਜਾਣਾ ਹੁੰਦਾ ਹੈ। ਤੇ ਜਿਹੜੇ ਸਾਡੇ ਚੀਫ ਜਸਟਿਸ ਆਫ ਇੰਡੀਆ ਨੇ ਮਿਸਟਰ ਰਮन्ना, ਉਹਨਾਂ ਨੇ ਜਿਹੜੀਆਂ ਸਾਡੀਆਂ ਐਡਵੋਕੇਟ ਸਨ ਜਿਹੜੀਆਂ ਉਹਦੇ ਵਿੱਚ ਦਿੱਲੀ ਦੇ ਵਿੱਚ, ਤੇ ਉਹ ਜਦੋਂ 3 ਸਾਡੀਆਂ ਜਸਟਿਸ ਬਣੀਆਂ ਨੇ, ਜਿਹੜੀਆਂ ਅਪੁਆਇੰਟ ਹੋਈਆਂ ਨੇ, ਉਹਨਾਂ ਦੇ ਮਾਣ ਸਨਮਾਨ ਦੇ ਵਿੱਚ ਉਹ ਬੋਲ ਰਹੇ ਸਨ। ਪਰ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਔਰਤਾਂ ਦੀ ਦੇ ਨਾਲ ਹੋ ਰਹੀ ਹੈ, ਉਹਨਾਂ ਨੇ ਸਪੈਸ਼ਲੀ ਤਾਂ ਫੋਕਸ ਜ਼ਿਆਦਾ ਕੀਤਾ ਜੁਡੀਸ਼ਰੀ ਦੇ ਵਿੱਚ। ਈਵਨ ਕਿ ਬਾਰ ਕੌਂਸਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੋਈ ਵੀ ਜਿਹੜੀ ਨੈਸ਼ਨਲ ਬਾਰ ਕੌਂਸਲ ਉਹਦੇ 'ਚ ਇੱਕ ਵੀ ਔਰਤ ਨਹੀਂ ਹੈ। ਫਿਰ ਉਹਨਾਂ ਨੇ ਸਾਰੀ ਤਫਸੀਲ ਦੇ ਨਾਲ ਕਿਹਾ ਕਿ ਸਾਡੇ
ਜਿਹੜੀਆਂ ਜੱਜਸ ਨੇ, ਕੁਝ ਇੱਕ ਐਸੀਆਂ ਸਟੇਟ ਨੇ ਜਿਨ੍ਹਾਂ ਦੇ ਉਹਨਾਂ ਨੇ ਨਾਮ ਲਏ ਜਿਹਦੇ ਵਿੱਚ ਇੱਕ ਵੀ ਜਿਹੜੀ ਜੱਜ ਨਹੀਂ ਹੈ ਹਾਈ ਕੋਰਟਾਂ ਦੇ ਵਿੱਚ। ਸੋ ਇਸ ਤਰ੍ਹਾਂ ਉਹਨਾਂ ਨੇ ਜ਼ੋਰ ਦੇ ਕੇ ਕਹਿ ਸਕੋ ਉਹਨਾਂ ਦੇ ਲਫ਼ਜ਼ ਜਿਹੜੇ ਨੇ ਉਹ ਔਰਤਾਂ ਦੇ ਲਈ ਬੜੇ ਹੀ ਰਾਹ ਦਸੇਰਾ ਨੇ, ਕਿਉਂਕਿ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਤੁਹਾਨੂੰ 50% ਦੀ ਤੁਸੀਂ 33% ਦਾ, ਕਿਉਂਕਿ ਪਾਰਲੀਮੈਂਟ ਦੇ ਵਿੱਚ 33% ਦੇ ਲਈ ਰਾਖਵਾਂਕਰਨ ਦਾ ਬਿੱਲ ਪਿਆ ਹੋਇਆ, ਪਰ ਉਹਨਾਂ ਨੇ ਇਹ ਕਿਹਾ ਕਿ ਤੁਸੀਂ 50% ਲਈ ਫਾਈਟ ਕਰੋ। ਤੁਸੀਂ ਉਹ ਕਹਿੰਦੇ ਉੱਚੀ ਉੱਚੀ ਚੀਖੋ ਕਿ ਸਾਨੂੰ ਇਹ 50% ਚਾਹੀਦਾ ਹੈ। ਉਹਨਾਂ ਦੇ ਸ਼ਬਦ ਬੜੇ ਹੀ ਹੌਸਲਾ ਅਫਜ਼ਾਈ ਵਾਲੇ ਸਨ ਤੇ ਉਹਨਾਂ ਨੇ ਕਿਹਾ ਇਹ ਕੋਈ ਜਿਹੜੀ 50% ਰਾਖਵਾਂਕਰਨ ਦੇਣਾ ਇਹ ਕੋਈ ਆਸਾਨ ਨਹੀਂ ਹੈ ਜਾਂ ਉਹਦੇ ਤੁਹਾਡੇ ਉੱਤੇ ਰਹਿਮ ਨਹੀਂ ਹੈ, ਇਹ ਤੁਹਾਡਾ ਹੱਕ ਬਣਦਾ ਹੈ, ਕਿਉਂਕਿ ਔਰਤਾਂ ਉਸੇ ਤਰੀਕੇ ਦੇ ਨਾਲ ਹੀ ਸਦੀਆਂ ਤੋਂ ਜਿਹੜੀਆਂ ਦਬਾਈਆਂ ਰਹੀਆਂ ਨੇ, ਉਹਨਾਂ ਨੂੰ ਹੱਕ ਨਹੀਂ ਮਿਲਦਾ ਰਿਹਾ, ਕਿਉਂਕਿ ਪਿੱਤਰ ਸੱਤਾਤਮਕ ਸਾਡੀ ਜਿਹੜੀ ਸੋਚ ਹੈ ਉਹਦੇ ਵਿੱਚ ਔਰਤਾਂ ਦਾ ਹਿੱਸਾ ਨਿਗੁਣਾ ਹੈ। ਤੇ ਉਹਨਾਂ ਨੇ ਇਹ ਗੱਲ ਕਿਹਾ ਕਿ ਜਿਹੜੀਆਂ ਸਾਡੀਆਂ ਸਿਰਫ ਜਿਹੜੀਆਂ ਉਹਨਾਂ ਨੇ ਕਿਹਾ 1.7 ਮਿਲੀਅਨ ਸਾਡੇ ਐਡਵੋਕੇਟ ਦੇ ਵਿੱਚੋਂ ਜਿਹੜੇ ਸਾਰੇ ਟੋਟਲ ਐਡਵੋਕੇਟ ਨੇ ਉਹਦੇ ਵਿੱਚੋਂ ਸਿਰਫ 12% ਔਰਤਾਂ ਨੇ। ਤੇ ਫਿਰ ਉਹਨਾਂ ਨੇ ਉਹਨਾਂ ਦੀਆਂ ਜਿਹੜੇ ਉੱਥੇ ਸਾਡੇ ਵਿਦਨ ਦਾ ਕੋਰਸ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਵਾਸ਼ਰੂਮ ਦੀ ਪ੍ਰੋਬਲਮ ਹੈ, ਉਹਨਾਂ ਦੀ ਆਪਣੀ ਜਿਹੜੇ ਉਹਨਾਂ ਦੇ ਰੈਸਟ ਰੂਮਸ ਦੀ ਪ੍ਰੋਬਲਮ ਆ, ਉਹਨਾਂ ਸਾਰਿਆਂ ਦੇ ਉੱਤੇ ਤਫਸੀਲ ਨਾਲ ਗੱਲ ਕੀਤੀ। ਜਿਹੜੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੀਆਂ ਉਹ ਗੱਲਾਂ ਉਹਨਾਂ ਨੇ ਕੀਤੀਆਂ ਉਹ ਹਰ ਇੱਕ ਅਦਾਰੇ ਦੇ ਉੱਤੇ ਲਾਗੂ ਹੁੰਦੀਆਂ ਨੇ, ਕਿਉਂਕਿ ਮੈਨੂੰ ਯਾਦ ਹੈ ਕਿ ਬਹੁਤ ਪਹਿਲਾਂ 20 ਸਾਲ ਪਹਿਲਾਂ ਇੱਕ ਬਹੁਤ ਵੱਡੀ ਮੁਹਿੰਮ ਦੇ ਰਾਹੀਂ ਅਸੀਂ ਜਿਹੜੇ ਸਾਡੇ ਵਰਕਿੰਗ ਵੂਮਨ ਦੇ ਲਈ ਜਿਹੜੇ ਉਹਨਾਂ ਦੇ ਅਦਾਰੇ ਸਨ ਉੱਥੇ ਲੇਡੀਜ਼ ਬਾਥਰੂਮ ਹੀ ਨਹੀਂ ਸਨ, ਉਹਨਾਂ ਦੇ ਲਈ ਵੀ ਅਸੀਂ ਉਹ ਮੁਹਿੰਮ ਵਿੱਢੀ। ਸੋ ਇਹ ਗੱਲ ਬਹੁਤ ਹੀ ਤਸੱਲੀ ਵਾਲੀ ਹੈ ਕਿ ਜਸਟਿਸ ਰਮੰਨਾ ਨੇ ਇਹ ਗੱਲ ਕਹੀ ਕਿ 50% ਰਿਜ਼ਰਵੇਸ਼ਨ ਔਰਤਾਂ ਨੂੰ ਚਾਹੀਦੀ। ਮੈਂ ਇੱਥੇ ਇੱਕ ਗੱਲ ਕਹਿਣਾ ਚਾਹੁੰਦਾ ਕਿ ਇਸ ਵੇਲੇ 3 ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਦੇਸ਼ ਭਰ ਦੇ ਵਿੱਚ ਅੰਦੋਲਨ ਚੱਲ ਰਿਹਾ। 27 ਨੂੰ ਬੜਾ ਲਾਮਸਾਲ ਜਿਹੜਾ ਬੰਦ ਹੋਇਆ ਸੀਗਾ। ਹੁਣ ਵੀ ਜਿਹੜੀਆਂ ਜਿੰਨੇ ਉਸ ਦਿਨ ਬੰਦ ਦੇਖਿਆ ਹੋਏਗਾ, ਜਿਹੜੇ ਬੰਦ ਦੇ ਵਿੱਚ ਗਏ ਹੈ ਉਹਨਾਂ ਨੇ ਦੇਖਿਆ ਕਿ ਸਾਨੂੰ 2-3 ਥਾਵਾਂ ਤੇ ਜਾਣ ਦਾ ਮੌਕਾ ਮਿਲਿਆ। ਹਰ ਥਾਂ ਦੇ ਉੱਪਰ ਔਰਤਾਂ ਸੀਗੀਆਂ। ਅਸੀਂ ਸੁਹਾਣੇ ਗਏ, ਉੱਥੇ ਕਾਫੀ ਗਿਣਤੀ ਦੇ ਵਿੱਚ ਔਰਤਾਂ ਸੀਗੀਆਂ। ਹੋਰ ਥਾਵਾਂ ਦੇ ਉੱਪਰ ਵੀ ਰਿਪੋਰਟਾਂ ਆਈਆਂ ਨੇ। ਅਸੀਂ ਕਈ ਰਿਪੋਰਟਾਂ ਜਿਹੜੀਆਂ ਦਿਖਾਈਆਂ ਵੀ ਨੇ, ਮਾਨਸਾ ਦੇ ਵਿੱਚ, ਬਰਨਾਲੇ ਦੇ ਵਿੱਚ, ਜਲੰਧਰ ਦੇ ਵਿੱਚ, ਹਰਿਆਣੇ ਦੇ ਵਿੱਚ, ਜਿੱਧਰ ਨੂੰ ਵੀ ਜਾਓ ਔਰਤਾਂ ਦੀ ਜਿਹੜੀ ਬੰਦ ਵਾਲੇ ਦਿਨ ਵੀ ਸ਼ਮੂਲੀਅਤ ਕਾਫੀ ਸੀਗੀ। ਜਿਹੜੀ ਕਿਸਾਨ ਸੰਸਦ ਹੋਈ ਉਸ ਦੇ ਵਿੱਚ ਵੀ 2 ਜਿਹੜੇ ਪ੍ਰੋਗਰਾਮ ਆ ਜਿਹੜੇ ਔਰਤਾਂ ਨੇ ਕੀਤੇ ਸੀਗੇ, ਔਰਤਾਂ ਆਗੂਆਂ ਨੇ ਕੀਤੇ ਸੀਗੇ। ਇਹ ਜਿਹੜੀ ਮੂਵਮੈਂਟ ਹੈ ਇਹਦੇ ਵਿੱਚ ਜਿਹੜੀ ਔਰਤਾਂ ਦੀ ਪਾਰਟਿਸਿਪੇਸ਼ਨ ਹੈ, ਜਿਹੜੀ ਭਾਈਵਾਲੀ ਹੈ, ਮੇਰਾ ਖਿਆਲ ਹੈ ਕਿ ਔਰਤਾਂ ਦੇ ਜਿਹੜਾ ਅੰਦੋਲਨ ਹੈ ਕੱਲ੍ਹ ਨੂੰ ਆਪਣੇ ਹੱਕਾਂ ਲਈ ਔਰਤਾਂ ਨੂੰ ਵੱਡੀ ਪੱਧਰ ਤੇ ਨਹੀਂ ਇਹਨੇ ਜਾਗ ਲਾਈ। ਬਹੁਤ ਬਹੁਤ ਠੀਕ ਕਿਹਾ ਜੰਮੂ ਜੀ ਤੁਸੀਂ। ਇਹਨੇ ਜਿਹੜਾ ਇੱਕ ਕਿਸਾਨ ਅੰਦੋਲਨ ਨੇ ਇੱਕ ਜਿਹੜੀ ਔਰਤਾਂ ਦੇ ਸੰਦਰਭ ਦੇ ਵਿੱਚ ਜਿਹੜੀ ਸੋਸ਼ਲ ਚੇਂਜ ਹੈ ਉਹਦੇ ਵਿੱਚ ਇੱਕ ਵੱਡੀ ਭੂਮਿਕਾ ਅਦਾ ਕੀਤੀ ਹੈ। ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਹੁਣ ਗੱਲ ਕਰ ਸਕਦੀਆਂ, ਪਹਿਲਾਂ ਵੀ ਕਰਦੀਆਂ ਸੀ ਪਰ ਉਹ ਛੋਟੇ ਜਨ ਸਮੂਹਾਂ ਦੇ ਵਿੱਚ ਛੋਟੀ ਗਿਣਤੀ ਸੀ। ਹੁਣ ਇਸਨੇ ਇੱਕ ਵੱਡੇ ਜਿਹੜਾ ਗ੍ਰਾਸ ਰੂਟ ਲੈਵਲ ਤੇ ਇੱਕ ਜਿਹੜੀ ਜਾਗ ਲਾਈ ਹੈ। ਤੇ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਪੰਜਾਬ ਜਾਂ ਹਰਿਆਣਾ ਦੇ ਵਿੱਚ ਕੱਚੇ ਧਰਨੇ ਲੱਗੇ ਟੋਲ ਪਲਾਜ਼ਿਆਂ ਦੇ ਉੱਤੇ, ਕਿਉਂਕਿ ਔਰਤਾਂ ਨੇ ਜਿਹੜਾ ਹੈ ਘਰ ਦੀ, ਪਰਿਵਾਰ ਦੀ, ਖਾਸ ਕਰਕੇ ਜਿਹੜੀ ਸਾਡੀ ਰਸੋਈ ਦੀ ਜ਼ਿੰਮੇਵਾਰੀ ਉਹਨਾਂ ਤੇ ਹੈ, ਉਹਨਾਂ ਨੇ ਵੱਡੀ ਗਿਣਤੀ ਵਿੱਚ ਸਵੇਰੇ ਕੰਮ ਧੰਦਾ ਕਰਕੇ 10-11 ਵਜੇ ਉਹਨਾਂ ਟੋਲ ਪਲਾਜ਼ਿਆਂ ਦੇ ਉੱਤੇ ਆ ਕੇ ਬੈਠ ਕੇ ਆਪਣੀ ਹਾਜ਼ਰੀ ਲਵਾਈ ਔਰ ਉੱਥੇ ਓਰੀਐਂਟੇਸ਼ਨ ਉਹਨਾਂ ਦੀ ਹੋਈ ਔਰ ਸ਼ਾਮ ਨੂੰ ਫਿਰ ਉਹ ਘਰਾਂ ਨੂੰ ਚਲੇ ਜਾਂਦੇ ਸੀ ਜਿਹੜੇ ਉਹਨਾਂ ਦੇ ਪਿੰਡਾਂ ਦੇ ਨੇੜੇ ਟੋਲ ਪਲਾਜ਼ਿਆਂ ਦੇ ਉੱਤੇ ਧਰਨੇ ਲੱਗੇ ਸੀ। ਤੇ ਉਹਦੇ 'ਚ ਔਰਤਾਂ ਦੀ ਬਰਾਬਰ ਦੀ ਜਿਹੜੀ ਸ਼ਮੂਲੀਅਤ ਹੋਈ। ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਜਿਹੜੀ ਜਸਟਿਸ ਰਮੰਨਾ ਗੱਲ ਕਰ ਰਹੇ ਨੇ ਉਹ ਸਾਡੇ ਲਈ ਬਹੁਤ ਅਹਿਮ ਹੈ ਕਿ ਇਹ ਜਿਹੜੀ ਜਦੋਂ ਤੁਸੀਂ ਰਿਜ਼ਰਵੇਸ਼ਨ ਦਿੰਦੇ ਹੋ, ਰਿਜ਼ਰਵੇਸ਼ਨ ਦਾ ਮਤਲਬ ਰਾਖਵਾਂਕਰਨ ਦੀ ਗੱਲ ਜਦੋਂ ਕਰਦੇ ਹੋ ਉਹਦੇ ਨਾਲ ਇੱਕ ਉਤਸ਼ਾਹ ਮਿਲਦਾ ਤੇ ਇੱਕ ਅਗਲਾ ਸਟੈਪ ਹੁੰਦਾ ਤੇ ਉਹਦੇ ਨਾਲ ਕਿਸੇ ਵੀ ਜਿਹੜਾ ਹੈ ਜੇ ਅਸੀਂ ਦਲਿਤਾਂ ਨੂੰ ਰਿਜ਼ਰਵੇਸ਼ਨ ਦਿੱਤੀ ਹੈ ਕੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਆਇਆ, ਕੀ ਉਹਨਾਂ ਦੇ ਪਰਿਵਾਰਾਂ 'ਚ ਉਹਨਾਂ ਦੀਆਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਉਭਰ ਆ। ਇਹ ਇੱਕ ਸਟੈਪ ਹੈ ਕਿਸੇ ਵੀ ਪਛੜੇ ਹੋਏ ਸਮਾਜ ਦੇ ਵਰਗ ਨੂੰ ਅੱਗੇ ਲੈ ਕੇ ਜਾਣ ਦਾ। ਤੇ ਇਸੇ ਤਰੀਕੇ ਨਾਲ ਹੀ ਔਰਤਾਂ ਦੇ ਸੰਦਰਭ ਜਦੋਂ ਅਸੀਂ ਕਿਸਾਨਾਂ ਦੇ ਮੋਰਚੇ ਤੇ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ 8 ਮਾਰਚ ਹੋਇਆ ਇਸ ਸਾਲ, ਉਹਦੇ ਵਿੱਚ 50,000 ਤੋਂ ਉੱਪਰ ਔਰਤਾਂ ਜਿਹੜੀਆਂ ਹੈ ਕਿਸਾਨ ਜਿਹੜਾ ਸਿੰਘੂ ਬਾਰਡਰ, ਟਿਕਰੀ ਬਾਰਡਰ ਦੇ ਉੱਤੇ ਇਕੱਠੀਆਂ ਹੋਈਆਂ। ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ। ਜਿਸ ਤਰ੍ਹਾਂ ਕੱਲ੍ਹ 27 ਦਾ ਜਿਹੜਾ ਬੰਦ ਦੀ ਤੁਸੀਂ ਗੱਲ ਕੀਤੀ ਹੈ ਇਹਦੇ 'ਚ ਵੀ ਔਰਤਾਂ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਈਆਂ।
ਹੁਣ ਇਹ ਗੱਲ ਤਾਂ ਦੂਰ ਦੀ ਗੱਲ ਹੋ ਗਈ ਕਿ ਔਰਤਾਂ ਜਿਹੜੀਆਂ ਨੇ ਉਹ ਜਿਹੜੇ ਸਾਡੇ ਸੰਘਰਸ਼ ਆ ਉਹਦੇ 'ਚ ਸ਼ਾਮਲ ਨਹੀਂ ਹੋਣਗੀਆਂ, ਜਿਹੜੀ ਪੁਰਾਣੀ ਗੱਲ ਸੀ। ਪਰ ਜਸਟਿਸ ਰਮन्ना ਇਹ ਗੱਲ ਕਹਿ ਰਹੇ ਆ ਕਿ ਡਿਸੀਜਨ ਮੇਕਿੰਗ ਦੇ ਵਿੱਚ ਵੀ ਔਰਤਾਂ ਹੋਣ, ਜਿਸ ਤਰ੍ਹਾਂ ਉਹਨਾਂ ਨੇ ਇਹ ਡਿਸੀਜਨ ਮੇਕਿੰਗ ਬਣਦਾ ਨਾ, ਮਤਲਬ ਅਸੈਂਬਲੀ ਦੇ ਵਿੱਚ ਔਰਤਾਂ ਦੀ ਗਿਣਤੀ ਹੋਵੇ, ਪਾਰਲੀਮੈਂਟ ਦੇ ਵਿੱਚ ਔਰਤਾਂ ਦੀ ਗਿਣਤੀ ਹੋਵੇ, ਡਿਸੀਜਨ ਦਾ ਕਾਨੂੰਨ ਤਾਂ ਇੱਥੋਂ ਬਣਦੇ ਨਾ ਦੇਸ਼ ਦੇ। ਬਿਲਕੁਲ, ਤੇ ਜੇ ਉੱਥੇ ਉਹਨਾਂ ਦੀ ਗਿਣਤੀ ਹੋਏਗੀ ਔਰ ਫਿਰ ਸਾਡੇ ਜਿਹੜੇ ਉਹਨਾਂ ਨੇ ਹਰ ਅਦਾਰੇ ਦੇ ਵਿੱਚ ਕਿਹਾ ਕਿ ਔਰਤਾਂ ਦੀ ਜਿਹੜੀ ਹੈ 50% ਦੀ ਭਾਗੀਦਾਰੀ ਹੋਣੀ ਚਾਹੀਦੀ ਹੈ। ਸੋ ਇਸ ਕਰਕੇ ਇਹ ਜਿਸ ਤਰ੍ਹਾਂ 25 ਸਾਲ ਤੋਂ ਜਿਹੜਾ ਸਾਡਾ ਬਿੱਲ ਹੈ ਰਾਖਵਾਂਕਰਨ ਦਾ, 33% ਰਾਖਵਾਂਕਰਨ ਦਾ ਬਿੱਲ, ਉਹ ਹੁਣ ਸਰਕਾਰ ਨੂੰ ਚਾਹੀਦਾ ਹੈ, ਬੀਜੇਪੀ ਸਰਕਾਰ ਨੂੰ ਚਾਹੀਦਾ। ਉਹ ਬਹੁਤ ਗਿਣਤੀ ਦੇ ਵਿੱਚ ਵੀ ਸੀ ਕਿਸੇ ਜ਼ਮਾਨੇ ਦੇ ਵਿੱਚ, ਸਾਰੀਆਂ ਆਪਣੀਆਂ ਪਾਰਟੀਆਂ ਦੇ ਵਿਰੋਧ ਤੋਂ ਉੱਪਰ ਉੱਠ ਕੇ, ਜਿਸ ਦੇ ਵਿੱਚ ਸੁਸ਼ਮਾ ਸਵਰਾਜ ਸੀ, ਬਰਿੰਦਾ ਕਾਰਕ ਸੀ, ਐਨੀ ਰਾਜਾ ਸੀ, ਆਪਣਾ ਗੀਤਾ ਮੁਖਰਜੀ ਦੀ ਅਗਵਾਈ ਹੇਠ ਬਿੱਲ ਪੇਸ਼ ਹੋਇਆ ਸੀ 1996 ਦੇ ਵਿੱਚ। ਉਹਨਾਂ ਨੇ ਪਾਰਟੀਆਂ ਤੋਂ ਉੱਪਰ ਉੱਠ ਕੇ ਇਕਮੁੱਠਤਾ ਦਾ ਜਿਹੜਾ ਇਜ਼ਹਾਰ ਕੀਤਾ ਔਰ ਰਾਸ਼ਟਰਪਤੀ ਨੂੰ ਮਿਲੀਆਂ ਜਾ ਕੇ। ਸੋ ਇਸ ਕਰਕੇ ਇਹ ਜਿਹੜੀ ਇੱਕ ਪਿਛਾਂਹ ਖਿੱਚੂ ਸੋਚ ਹੈ, ਕਿਉਂਕਿ ਪਾਰਲੀਮੈਂਟ ਦੇ ਵਿੱਚ ਵੀ ਕਾਫੀ ਵਿਰੋਧ ਹੋਇਆ ਸੀ ਕਿ ਇੱਥੇ ਕਿਹੜੀਆਂ ਔਰਤਾਂ ਆਉਣਗੀਆਂ, ਜਾਂ ਜਿਹੜਾ ਹੈ ਰਾਖਵਾਂਕਰਨ ਵਿਧਨ ਦਾ ਰਾਖਵਾਂਕਰਨ ਦੀ ਗੱਲ ਕੀਤੀ ਸੀ। ਇਹ ਗੱਲ ਬਿੱਲ ਪਾਸ ਹੋਏਗਾ, ਉਸ ਤੋਂ ਬਾਅਦ ਇਹ ਹੋ ਸਕਦੀਆਂ ਨਹੀਂ, ਪਰ ਇਹਦੇ ਨਾਲ ਇਹ ਔਰਤਾਂ ਦਾ ਹੱਕ ਹੈ ਔਰ ਇਸ ਨੂੰ ਬਹੁਤ ਦੇਰੀ ਨਹੀਂ ਕਰਨੀ ਚਾਹੀਦੀ। ਔਰ ਇਹ ਜਿਵੇਂ ਜਸਟਿਸ ਰਮन्ना ਨੇ ਕਿਹਾ ਕਿ ਇਟਸ ਦਾ ਰਾਈਟ ਟਾਈਮ ਟੂ ਪਾਸ ਦਾ ਬਿੱਲ। ਸੋ ਇਸ ਕਰਕੇ 33% ਤਾਂ ਉਹਨਾਂ ਨੂੰ ਕਰ ਹੀ ਦੇਣਾ ਚਾਹੀਦਾ ਜਿਹੜਾ ਰਾਖਵਾਂਕਰਨ ਦਾ ਬਿੱਲ ਪਿਆ ਹੈ, ਸਗੋਂ 50% ਹੁਣ ਔਰਤਾਂ ਡਿਮਾਂਡ ਕਰ ਰਹੀਆਂ ਨੇ। ਸੋ ਇਹਦੇ ਨਾਲ ਔਰਤਾਂ ਦੀ ਜਿਹੜੀ ਸਾਡੇ ਨਾ ਜਿਹੜੀ ਜੈਂਡਰ ਸਟੀਰੀਓਟਾਈਪਸ ਹੈ ਉਹ ਵੀ ਖਤਮ ਹੋਣਗੇ, ਤੇ ਖਾਸ ਕਰਕੇ ਜਿਹੜਾ ਔਰਤਾਂ ਦੇ ਉੱਤੇ ਡਬਲ ਫੈਮਿਲੀ ਬਰਡਨ ਵੀ ਹੈ, ਬੱਚਿਆਂ ਦਾ ਬਰਡਨ ਵੀ ਹੈ। ਇਸ ਕਰਕੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਸਾਨੂੰ ਡਿਸੀਜਨ ਮੇਕਿੰਗ ਦੇ ਵਿੱਚ ਇਹ ਔਰਤਾਂ ਨੂੰ ਲਿਆਉਣਾ ਚਾਹੀਦਾ, ਚਾਹੇ ਉਹ ਜੁਡੀਸ਼ਰੀ ਹੋਏ, ਚਾਹੇ ਪੁਲਿਸ ਫੋਰਸਿਸ ਹੋਣ, ਈਵਨ ਕਿ ਜਿਵੇਂ ਹੁਣ ਪਿੱਛੇ ਦੇਖਿਆ ਗਿਆ ਸਾਡੀ ਟੀਚਿੰਗ ਦੇ ਵਿੱਚ ਔਰਤਾਂ ਬਹੁਤ ਆ ਰਹੀਆਂ ਨੇ। ਸੋ ਪਰ ਜਿਸ ਤਰ੍ਹਾਂ NDA ਹੈ ਉਹਦੇ ਵਿੱਚ ਜਿਹੜੀਆਂ ਸਾਡੀਆਂ ਉਹਦੇ ਵਿੱਚ ਔਰਤਾਂ ਨੂੰ ਕੋਰਟ ਦੇ ਵਿੱਚ ਜਾਣਾ ਪਿਆ ਕਿ ਸਾਨੂੰ NDA ਦੇ ਵਿੱਚ ਭਰਤੀ ਕਿਉਂ ਨਹੀਂ ਕੀਤਾ ਗਿਆ। ਇਹ ਕੋਰਟ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਉਹਨਾਂ ਨੂੰ ਹੱਕ ਮਿਲ ਜਾਣਾ ਚਾਹੀਦਾ ਹੈ। ਤੇ ਮੈਂ ਭਾਰਤੀ ਮਹਿਲਾ ਫੈਡਰੇਸ਼ਨ ਦੀ ਤਰਫ ਤੋਂ ਇਸ ਗੱਲ ਦੀ ਬਹੁਤ ਤਰਜਮਾਨੀ ਕਰਦੀ ਔਰ ਉਹ ਲੜਦੀ ਰਹੀ ਹੈ। ਗੀਤਾ ਮੁਖਰਜੀ ਭਾਰਤੀ ਮਹਿਲਾ ਫੈਡਰੇਸ਼ਨ ਦੀ ਤਰਫ ਤੋਂ ਹੀ ਉਹਨਾਂ ਨੇ 1996 'ਚ ਬਿੱਲ ਪੇਸ਼ ਕੀਤਾ ਸੀ। ਹੁਣ 12 ਸਤੰਬਰ ਨੂੰ ਜੰਤਰ ਮੰਤਰ ਤੇ ਸਾਰੀਆਂ ਵੂਮਨ ਆਰਗੇਨਾਈਜੇਸ਼ਨ ਇਕੱਠੀਆਂ ਹੋਈਆਂ ਕਿ 25 ਸਾਲ ਹੋ ਗਏ ਨੇ, ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਔਰ ਸਰਕਾਰ ਨੂੰ ਕਿਹਾ ਕਿ ਤੁਸੀਂ ਇਸ ਬਿੱਲ ਨੂੰ ਜਲਦੀ ਤੋਂ ਜਲਦੀ ਲੋਕ ਸਭਾ 'ਚ ਲੈ ਕੇ ਉਸ ਨੂੰ ਪਾਸ ਕੀਤਾ ਜਾਏ। ਪਰ ਇਹਦੇ ਵਿਰੋਧੀ ਤਾਂ ਕਹਿੰਦੇ ਵੀ ਇਸ ਕਰਕੇ ਰਾਖਵਾਂਕਰਨ ਕਿਸੇ ਪਾਸੇ ਵੀ ਨਹੀਂ ਹੋਣਾ ਚਾਹੀਦਾ, ਜਿਹੜੇ ਰਿਜ਼ਰਵ ਕਰਦੇ ਆ, ਜਿਹੜੇ ਯੋਗ ਆ ਉਹ ਹੀ ਅੱਗੇ ਆਉਣਗੇ। ਨਹੀਂ, ਉਹਦੇ ਵਿੱਚ ਇਹ ਤਾਂ ਠੀਕ ਹੈ, ਜਿਹੜੇ ਜੇ ਅਸੀਂ ਉਹਨਾਂ ਨੂੰ ਇਹ ਗੱਲ ਕਹੀਏ ਕਿ ਤੁਹਾਡੇ ਇੱਕ ਸਮਾਜ ਦੇ ਵਿੱਚ ਕੁਝ ਪਛੜਿਆ ਹੋਇਆ ਵਰਗ ਹੈ ਤੇ ਉਹ ਪਛੜਿਆ ਹੀ ਰਵੇ ਤੇ ਉਹਦੀ ਸੂਰਤ ਕੈਸੀ ਹੋਏਗੀ। ਪਰ ਉਸ ਵਰਗ ਨੂੰ ਵੀ ਬਰਾਬਰ ਤੇ ਲਿਆਉਣ ਦੀ ਲੋੜ ਹੈ, ਤਾਂ ਹੀ ਸਮਾਜ ਤਰੱਕੀ ਕਰੇਗਾ, ਤਾਂ ਹੀ ਸਮਾਜ ਤੰਦਰੁਸਤ ਹੋਏਗਾ। ਇਹ ਤਾਂ ਨਹੀਂ ਹੈ ਕਿ ਮੈਂ ਆਪਣੇ ਘਰ ਮੇਰਾ ਠੀਕ ਹੈ ਤੇ ਮੈਂ ਘਰ ਦੇ ਨਾਲ ਹੀ ਇੱਕ ਹੋਰ ਜਿਹੜਾ ਹੈ ਗਰੀਬ ਬੰਦਾ ਬੈਠਾ ਹੋਇਆ ਤੇ ਉਹਨੂੰ ਵੀ ਤਾਂ ਉੱਪਰ ਚੁਕਾਉਣਾ ਹੈ। ਸਾਡੇ ਦੇਸ਼ ਦੀ ਸੰਸਕ੍ਰਿਤੀ, ਖਾਸ ਕਰਕੇ ਪੰਜਾਬ ਦੇ ਵਿੱਚ ਸਿੱਖੀਜ਼ਮ ਦੇ ਵਿੱਚ ਇਹ ਗੱਲ ਬਹੁਤ ਵੱਡੇ ਪੱਧਰ ਤੇ ਕਹੀ ਗਈ ਸੀ ਕਿ ਜਿਹੜਾ ਹੈ ਜਾਤ ਪਾਤ ਤੋਂ ਉੱਪਰ ਉੱਠ ਕੇ ਨਗੂਣਿਆਂ ਦੇ ਨਾਲ, ਜਿਹੜਾ ਨਿਆਸਰਿਆਂ ਦੇ ਨਾਲ ਖੜਨ ਦੀ ਗੱਲ ਕੀਤੀ ਸੀ ਗੁਰੂ ਨਾਨਕ ਸਾਹਿਬ ਨੇ। ਤੇ ਸਾਡੇ ਜਿਹੜਾ ਹਿੰਦੁਸਤਾਨ ਹੈ ਬੁੱਧ ਦਾ ਦੇਸ਼ ਹੈ, ਇਹ ਬਹੁਤ ਸਾਰਾ ਅਸੀਂ ਪੁਰਾਣੀ ਸੰਸਕ੍ਰਿਤੀ ਦੇ ਮਾਨਤਾ ਕਰਦੇ ਹਾਂ, ਪਰ ਇਹਦੇ ਵਿੱਚ ਉੱਪਰ ਉਠਾਉਣ ਲਈ, ਨਿਆਸਰਿਆਂ ਨੂੰ ਆਸਰਾ ਦੇਣ ਲਈ ਇਹ ਸਾਡੀਆਂ ਜਿਹੜੀਆਂ ਕਾਰਜਪਾਲਿਕਾ ਹੈ, ਖਾਸ ਕਰਕੇ ਸਾਡੀ ਸਰਕਾਰ ਹੈ, ਉਹਨੂੰ ਇਹਦੇ ਵਿੱਚ ਵੱਡੇ ਯਤਨ ਕਰਨੇ ਚਾਹੀਦੇ, ਤਾਂ ਹੀ ਦੇਸ਼ ਜਿਹੜਾ ਤਰੱਕੀ ਕਰੇਗਾ। ਤੇ ਲੱਗਦਾ ਕਿ ਜਸਟਿਸ ਰਮन्ना ਨੇ ਕਿਹਾ ਜਾਂ ਦੇਸ਼ ਦੇ ਵਿੱਚ ਜਿਹੜੀਆਂ ਔਰਤਾਂ ਅੰਦੋਲਨ ਦੇ ਖੇਤਰ ਦੇ ਵਿੱਚ ਅੱਗੇ ਵਧ ਰਹੀਆਂ ਨੇ, ਇਹਦੇ ਨਾਲ ਇਹ ਮਾਮਲੇ ਨੂੰ ਜਲਦੀ ਰਾਖਵਾਂਕਰਨ ਲਾਗੂ ਕਰਾਉਣ ਲਈ ਮੇਰੇ ਕੋਲ ਕੋਈ ਸਫਲਤਾ ਮਿਲੇਗੀ? ਸੰਘਰਸ਼ ਤੇ ਜਾਰੀ ਹੈ। ਇਸੇ ਕਰਕੇ ਹੀ ਅਸੀਂ ਕਹਿੰਦੇ ਹਾਂ ਕਿ ਜੇ ਔਰਤਾਂ ਨੂੰ ਘਰ ਦੇ ਵਿੱਚ ਵੀ ਉਹ ਨਗੂਣਾ ਹਿੱਸਾ ਮਿਲਦਾ ਹੈ, ਸਮਾਜ ਦੇ ਵਿੱਚ ਨਗੂਣਾ ਹਿੱਸਾ ਮਿਲਦਾ ਹੈ, ਤੇ ਇਸ ਕਰਕੇ ਸੰਸਦ ਦੇ ਵਿੱਚ ਵੀ ਨਗੂਣਾ ਹਿੱਸਾ ਹੈ। ਤੇ ਸੰਸਦ ਦੇ ਵਿੱਚ ਬਹੁਤ ਗਿਣਤੀ ਜਿਹੜੀ ਮਰਦਾਂ ਦੀ ਹੈ, ਇਸ ਵਾਰ ਥੋੜੀ ਜਿਹੀ ਵਧੀ ਹੈ, 14% ਔਰਤਾਂ ਨੇ ਲੋਕ ਸਭਾ ਦੇ ਵਿੱਚ, 78 ਔਰਤਾਂ ਦੀ ਗਿਣਤੀ ਹੈ। ਤੇ ਕਿਸੇ ਜ਼ਮਾਨੇ ਦੇ ਵਿੱਚ ਤਾਂ 10% ਔਰਤਾਂ ਵੀ ਨਹੀਂ ਸਨ। ਪਰ ਜਿੰਨੀਆਂ ਔਰਤਾਂ ਅੱਗੇ ਸੰਸਦ ਜਾਣਗੀਆਂ ਉਹ ਆਪਣੀ ਆਵਾਜ਼ ਬੁਲੰਦ ਕਰਨਗੀਆਂ
ਤੇ ਇਹ ਸਰਕਾਰ ਨੂੰ ਦੇਰ ਸਵੇਰ ਕਰਨਾ ਹੀ ਪੈਣਾ ਹੈ। ਪਰ ਨਾਲ ਦੀ ਨਾਲ ਸਾਡੀ ਇੱਕ ਇਹ ਵੀ ਕੋਸ਼ਿਸ਼ ਹੈ ਕਿ ਔਰਤਾਂ ਜਿਹੜੀਆਂ ਨੇ ਉਹ ਔਰਤ ਮੁੱਦਿਆਂ ਨੂੰ ਵੀ ਸੰਸਦ ਵਿੱਚ ਜਾ ਕੇ ਉਠਾਉਣ। ਇਹ ਨਹੀਂ ਹੈ ਕਿ ਉਸ ਪੈਟਰੀਆਰਕੀ ਨੂੰ ਲੈ ਕੇ ਅੱਗੇ ਜਾ ਕੇ ਆਪਣੀ ਇੱਕ ਮਨੂਵਾਦੀ ਸੋਚ ਨੂੰ ਪਰਨਾਈਆਂ ਔਰਤਾਂ ਜਿਹੜੀ ਹੈ ਸੰਸਦ ਦੇ ਵਿੱਚ ਜਾਣ, ਉਹਦੇ ਨਾਲ ਔਰਤਾਂ ਦਾ ਭਲਾ ਨਹੀਂ ਹੋਏਗਾ। ਸਗੋਂ ਔਰਤਾਂ ਦੀ ਜਿਹੜੀ ਉਹਨਾਂ ਦਾ ਮੈਂ ਇਹ ਕਹਿੰਦੀ ਹਾਂ ਕਿ ਸਿਹਤ ਸਹੂਲਤਾਂ ਹੈ, ਉਹਨਾਂ ਦੀਆਂ ਸਿੱਖਿਆ ਨੇ, ਖਾਸ ਕਰਕੇ ਸੁਰੱਖਿਆ ਦਾ ਮਸਲਾ ਹੈ, ਬਹੁਤ ਵੱਡਾ ਸੁਰੱਖਿਆ ਦਾ ਮਸਲਾ ਹੈ। ਇਹ ਤਾਂ ਹੀ ਹੱਲ ਹੋ ਸਕਦਾ ਜੇ ਸਾਡੀ ਪੁਲਿਸ ਫੋਰਸਿਸ ਦੇ ਵਿੱਚ, ਸਾਡੀ ਜਿਹੜੀ ਜੁਡੀਸ਼ਰੀ ਦੇ ਵਿੱਚ ਸਾਡੀਆਂ ਔਰਤਾਂ ਦੀ ਸ਼ਮੂਲੀਅਤ ਜ਼ਿਆਦਾ ਹੋਏਗੀ ਤੇ ਉਹ ਫਿਰ ਟੇਕ ਅਪ ਕਰਨਗੀਆਂ ਔਰਤਾਂ ਦੇ ਮਸਲੇ ਨੂੰ ਇੱਕ ਉਸ ਜੈਂਡਰ ਡਿਸਕ੍ਰਿਮੀਨੇਸ਼ਨ ਦੇ ਤੌਰ ਤੇ, ਜਾਂ ਜਿਹੜਾ ਉਹ ਬਰਡਨ ਹੈ ਜਿਹੜਾ ਔਰਤਾਂ ਦੇ ਉੱਤੇ ਘਰ ਪਰਿਵਾਰ ਤੋਂ ਲੈ ਕੇ ਪਿਆ ਹੁੰਦਾ ਹੈ, ਉਹਨਾਂ ਨੂੰ ਇਹ ਰਿਜ਼ਰਵੇਸ਼ਨ ਚਾਹੀਦੀ ਹੈ ਤਾਂ ਹੀ ਉਹ ਅੱਗੇ ਵਧਣਗੇ। ਇੱਕ ਇਸ ਮਾਮਲੇ ਦੇ ਉੱਪਰ ਇੱਕ ਤਾਂ ਜਾਗਰੂਕਤਾ ਦੀ ਲੋੜ ਹੈਗੀ, ਵੀ ਜਾਗਰੂਕਤਾ ਫੈਲਾਈ ਜਾਣੀ ਚਾਹੀਦੀ। ਇਸ ਮੁੱਦੇ ਦੇ ਉੱਪਰ ਜਿਹੜਾ ਲੋਕਾਂ ਨੂੰ ਵੀ ਸੈਂਸਿਟਾਈਜ਼ ਕੀਤਾ ਜਾਣਾ ਚਾਹੀਦਾ, ਉਹਨਾਂ ਨੂੰ ਸੰਵੇਦਨਸ਼ੀਲ ਬਣਾਇਆ ਜਾਣਾ ਚਾਹੀਦਾ। ਪਰ ਜਿਹੜੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਵਾਅਦੇ ਕੀਤੇ ਸੀ, ਬੀਜੇਪੀ ਨੇ ਵਾਅਦਾ ਕੀਤਾ ਸੀ ਵੀ ਅਸੀਂ ਆਉਂਦੇ ਸੱਤਾ 'ਚ 33% ਦੇ ਦਿਆਂਗੇ, ਹੁਣ ਤਾਂ ਉਹਨਾਂ ਨੂੰ 7 ਸਾਲ ਤੋਂ ਵੀ ਉੱਪਰ ਸਮਾਂ ਹੋ ਗਿਆ ਪਰ ਉਹ ਵਾਅਦਾ ਵਫਾ ਨਹੀਂ ਹੋਇਆ ਅੱਜ ਤੱਕ। ਕੀ ਇਹ ਬਾਕੀ ਪਾਰਟੀਆਂ ਨੂੰ ਮਿਲ ਕੇ ਸਾਰਿਆਂ ਨੂੰ ਇਹ ਯਤਨ ਨਹੀਂ ਕਰਨਾ ਚਾਹੀਦਾ ਵੀ ਜਿਹੜਾ ਅਸੀਂ ਵਾਅਦਾ ਕੀਤਾ, ਕਾਂਗਰਸ ਵੀ ਕਰਦੇ ਰਹੀ, ਬੀਜੇਪੀ ਵੀ ਕਰਦੀ ਰਹੀ, ਲੈਫਟ ਪਾਰਟੀਆਂ ਵੀ ਕਰਦੀਆਂ ਨੇ, ਵੀ ਹੁਣ ਦਿਨ ਉਹ ਆ ਗਏ ਆ, ਉਹ ਸਮਾਂ ਆ ਗਿਆ ਕਿ ਜਦੋਂ ਇਹਨੂੰ ਲਾਗੂ ਕਰਨਾ ਚਾਹੀਦਾ? ਬਿਲਕੁਲ ਇਹ ਲਾਗੂ ਕਰਨ ਦੀ ਲੋੜ ਹੈ। ਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਔਰਤਾਂ ਦੇ ਮੁੱਦੇ ਨੇ, ਸਮਾਜ ਦੇ ਮੁੱਦੇ ਨੇ, ਤੇ ਇਹ ਸਮਾਜ ਜੇ ਕਿਸੇ ਸਮਾਜ ਦਾ ਅੱਧ ਪਛੜਿਆ ਹੋਇਆ ਹੈ ਤਾਂ ਉਹਨੂੰ ਉੱਪਰ ਤਾਂ ਹੀ ਚੱਕਿਆ ਜਾਏਗਾ ਜੇਕਰ ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਜਾਏਗੀ। ਅੰਬੇਦਕਰ ਨੇ ਕਿਹਾ ਸੀ ਕਿ ਕਿਸੇ ਦੇਸ਼ ਦੀ ਜਿਹੜੀ ਤੰਦਰੁਸਤੀ ਤੇ ਚੰਗੇ ਸਮਾਜ ਹੋਣ ਦੀ ਜਿਹੜੀ ਨਿਸ਼ਾਨੀ ਹੈ, ਔਰਤਾਂ ਦੇ ਸੋਸ਼ਲ ਸਟੇਟਸ ਤੋਂ ਹੀ ਪਰਖੀ ਜਾ ਸਕਦੀ ਹੈ। ਤੇ ਔਰਤਾਂ ਦਾ ਜਿਹੜਾ ਸਮਾਜਿਕ ਸਤਰ ਹੈ, ਅਗਰ ਉਹ ਨਿਗੂਣਾ ਹੈ, ਅਗਰ ਸੱਭਿਆਚਾਰਕ ਤੌਰ ਤੇ ਹੋਣੀ ਹੈ, ਜੇਕਰ ਉਸਨੂੰ ਉਸ ਤਰੀਕੇ ਦੇ ਨਾਲ ਜਿਹੜਾ ਹੈ ਰਿਸਪੈਕਟ ਨਹੀਂ ਦਿੱਤੀ ਜਾਂਦੀ, ਰਿਸਪੈਕਟ ਦਾ ਮਤਲਬ ਹੈ ਕਿ ਉਹਨਾਂ ਨੂੰ ਗੌਲਿਆ ਨਹੀਂ ਜਾਂਦਾ, ਤਾਂ ਫਿਰ ਔਰਤਾਂ ਜਿਹੜੀਆਂ ਉਹ ਨਿਰਾਸ਼ਾ ਦੇ ਵਿੱਚ, ਉਹਨਾਂ ਦਾ ਜਿਹੜਾ ਹੈ ਡਿਪਰੈਸ਼ਨ ਦੇ ਵਿੱਚ, ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੀਆਂ। ਸੋ ਇਸ ਕਰਕੇ ਔਰਤਾਂ ਨੂੰ ਹਰ ਪੱਧਰ ਦੇ ਉੱਤੇ ਜਿਹੜਾ ਹੈ ਰਾਖਵਾਂ ਕਰਨ ਦੀ ਜ਼ਰੂਰਤ ਹੈ। ਬਹੁਤ ਵਾਰੀ ਇਹ ਕਿਹਾ ਜਾਂਦਾ ਕਿ ਪੰਚਾਇਤਾਂ ਦੇ ਵਿੱਚ ਔਰਤਾਂ ਆਪ ਕੰਮ ਨਹੀਂ ਕਰਦੀਆਂ, ਸਗੋਂ ਉਹਨਾਂ ਦੇ ਪਤੀ ਜਾਂ ਉਹਨਾਂ ਦੇ ਪੁੱਤਰ ਕਰਦੇ ਨੇ। ਕਈ ਥਾਵਾਂ ਦੀ ਇਹੋ ਜਿਹੀਆਂ ਗੱਲਾਂ ਆਉਂਦੀਆਂ ਨੇ, ਬਹੁਤ ਸਾਰੀਆਂ ਥਾਵਾਂ ਦੀਆਂ। ਪਰ ਜਦੋਂ ਦਾ ਇਹ ਸ਼ੁਰੂ ਹੋਇਆ, ਬਹੁਤ ਸਾਰੀਆਂ ਔਰਤਾਂ ਨੇ ਜਿਹੜੀਆਂ ਸਰਪੰਚ ਬਣੀਆਂ, ਉਹਨਾਂ ਨੇ ਬਹੁਤ ਵੱਡੇ ਕੰਮ ਕੀਤੇ, ਪਿੰਡ ਦੇ ਸੁਧਾਰ ਕੀਤੇ, ਉਹ ਵੀ ਉਦਾਹਰਨਾਂ ਨੇ। ਅਸਲ ਦੇ ਵਿੱਚ ਸਾਡਾ ਮੀਡੀਆ ਵੀ ਜਿਹੜਾ ਹੈ ਉਹ ਪੋਜ਼ਿਟਿਵ ਜਿਹੜੀਆਂ ਸਾਡੀਆਂ ਖਬਰਾਂ ਨੇ, ਜਿਹੜੀਆਂ ਔਰਤਾਂ ਨੇ ਮਾਰਮਿਕ ਕੰਮ ਕੀਤੇ, ਅਗਵਾਈ ਕੀਤੀ, ਪਿੰਡ ਦੇ ਸੁਧਾਰ ਕੀਤੇ, ਉਹਨਾਂ ਨੂੰ ਘੱਟ ਤਵੱਜੋ ਦਿੰਦਾ। ਜਿਹੜੀਆਂ ਨੈਗੇਟਿਵ ਖਬਰਾਂ ਨੇ ਉਹਨਾਂ ਨੂੰ ਜ਼ਿਆਦਾ ਤਵੱਜੋ ਦਿੰਦਾ। ਸੋ ਇਸ ਕਰਕੇ ਇਹ ਚਾਹੀਦਾ ਇਹ ਹੈ ਕਿ ਜੇਕਰ ਪਹਿਲਾਂ ਬਿਲਕੁਲ ਨਹੀਂ ਸੀ ਨਿਕਲਦੀਆਂ, ਸਰਪੰਚ ਬਣ ਕੇ, ਪੰਚ ਬਣ ਕੇ ਉਹ ਥੋੜ੍ਹੀਆਂ ਅੱਗੇ, ਉਹਨਾਂ ਦੇ ਵਿੱਚ ਹੌਸਲਾ ਵੀ, ਇੱਕ ਕੰਟੀਨਿਊਸ ਪ੍ਰੋਸੈਸ ਹੈ ਉਹਨਾਂ ਦੇ ਸਸ਼ਕਤੀਕਰਨ ਦਾ। ਸੋ ਇਸ ਕਰਕੇ ਰਿਜ਼ਰਵੇਸ਼ਨ ਦੇ ਨਾਲ ਇੱਕ ਪਹਿਲਾ ਕਦਮ ਹੈ ਰਿਜ਼ਰਵੇਸ਼ਨ ਜਿਹੜਾ ਉਹਨਾਂ ਦੇ ਸਸ਼ਕਤੀਕਰਨ ਦਾ। ਉਸ ਤੋਂ ਬਾਅਦ ਬਹੁਤ ਸਾਰੇ ਹੋਰ ਖੇਤਰ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਹੋਰ ਜਿਹੜੀ ਸ਼ਕਤੀ ਤੇ ਐਮਪਾਵਰ ਦੇਣ ਦੀ ਲੋੜ ਹੈ। ਮੇਰੇ ਖਿਆਲ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਹੜੀਆਂ ਨਗਰ ਕੌਂਸਲਾਂ ਦੇ ਵਿੱਚ, ਪੰਚਾਇਤਾਂ ਦੇ ਵਿੱਚ ਔਰਤਾਂ ਨੂੰ 50% ਤੱਕ ਰਾਖਵਾਂ ਮਿਲਿਆ, ਬਹੁਤ ਸਾਰੇ ਸੂਬਿਆਂ ਨੇ ਦੇ ਦਿੱਤਾ। ਇਸ ਤੋਂ ਬਾਅਦ ਅਗਲੀ ਜਿਹੜੀ ਮੁਹਿੰਮ ਆ ਮੇਰੇ ਖਿਆਲ ਉਹ ਔਰਤਾਂ ਨੂੰ ਪਾਰਲੀਮੈਂਟ ਦੇ ਵਿੱਚ ਤੇ ਅਸੈਂਬਲੀਆਂ ਦੇ ਵਿੱਚ 33% ਰਾਖਵਾਂ ਕਰਨ ਦੀ ਲਹਿਰ ਚੱਲੇਗੀ। ਤੇ ਆਸ ਕਰਦੇ ਹਾਂ ਕਿ ਜਿੰਨੀ ਜਲਦੀ ਹੋ ਸਕੇ ਇਹ ਰਾਖਵਾਂ ਕਰਨ ਕੇਂਦਰ ਸਰਕਾਰ ਨੂੰ ਜਿਹੜਾ ਇੱਕ ਦੇਣਾ ਚਾਹੀਦਾ। ਇਹਦੇ ਲਈ ਬਿੱਲ ਜਿਹੜਾ ਇੰਨੇ ਸਾਲਾਂ ਤੋਂ ਲਟਕ ਰਿਹਾ, ਇਹਨੂੰ ਜਲਦੀ ਜਿਹੜਾ ਪਾਸ ਕਰਕੇ ਇਹ ਜਿਹੜਾ ਹੱਕ ਹੈ ਔਰਤਾਂ ਨੂੰ ਮਿਲ ਜਾਣਾ ਚਾਹੀਦਾ। ਇਸ ਗੱਲ ਦੀ ਆਸ ਨਾਲ ਕਿ ਇਹ ਮਾਮਲਾ ਜਲਦੀ ਹੱਲ ਹੋਏਗਾ, ਅਸੀਂ ਤੁਹਾਡੇ ਤੋਂ ਆਗਿਆ ਲੈਂਦੇ ਹਾਂ। ਢਿੱਲੋਂ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।